हाँ जी स्टूडेंट्स, ਅੱਜ ਅਸੀਂ ਆਪਣੀ 11ਵੀਂ ਕਲਾਸ ਦੇ ਸੈਕਸ਼ਨ ਏ ਦੇ 6ਵੇਂ ਐਸੇ ਲੈਟਸ ਨਾਟ ਫੋਰਗੇਟ ਦਾ ਮਾਰਟਰਸ ਜਿਸ ਨੂੰ ਕਿ ਵੰਦਨਾ ਸਹਿਗਲ ਦੁਆਰਾ ਕੰਪਾਈਲ ਕੀਤਾ ਗਿਆ ਹੈ ਉਸ ਦੇ ਅਸੀਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ। ਇਹ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਚੌਥਾ ਵੀਡੀਓ ਹੋਏਗਾ। ਸਟੂਡੈਂਟਸ, ਇਸ ਚੈਪਟਰ ਦੇ ਬਣਾਏ ਹੋਏ ਪਹਿਲੇ ਦੋ ਵੀਡੀਓਜ਼ ਦੇ ਵਿੱਚ ਮੈਂ ਇਸ ਚੈਪਟਰ ਦੀ ਪੂਰੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਕਵਰ ਕੀਤੀ ਹੈ। ਐਕਸਪਲੇਨੇਸ਼ਨ ਨੂੰ ਮੈਂ ਟੋਟਲ 2 ਵੀਡੀਓਜ਼ ਦੇ ਵਿੱਚ ਕਵਰ ਕੀਤਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਐਕਸਪਲੇਨੇਸ਼ਨ ਵਾਲੇ ਦੋਨੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡੇ ਇਹ ਵੀਡੀਓਜ਼ ਮਿਸ ਹੋਏ ਹਨ ਤਾਂ ਮੈਂ ਉੱਪਰ ਟਾਪ ਰਾਈਟ ਕਾਰਨਰ ਤੇ ਤੁਹਾਨੂੰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਦੋਨੇ ਐਕਸਪਲੇਨੇਸ਼ਨ ਵਾਲੇ ਵੀਡੀਓਜ਼ ਦੇਖ ਸਕਦੇ ਹੋ। ਸਟੂਡੈਂਟਸ, ਇਸੇ ਚੈਪਟਰ ਦੇ ਬਣਾਏ ਹੋਏ ਤੀਸਰੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦੀ ਗ੍ਰਾਮਰ ਐਕਸਰਸਾਈਜ਼ਸ ਕਵਰ ਕੀਤੀਆਂ ਨੇ, ਜਿਸ ਦੇ ਵਿੱਚ ਪਹਿਲੀ ਐਕਸਰਸਾਈਜ਼ ਸੁਟੇਬਲ ਡਿਟਰਮੀਨਰ ਸਪਲਾਈ ਕਰਨ ਦੀ ਹੈ ਅਤੇ ਇਸੇ ਤਰ੍ਹਾਂ ਇਸ ਦੀ ਦੂਸਰੀ ਐਕਸਰਸਾਈਜ਼ ਮੈਂ ਇੱਕ ਹੋਰ ਕਵਰ ਕੀਤੀ ਹੈ, ਜਿਸ ਦੇ ਵਿੱਚ ਸਾਡੇ ਕੋਲੇ 5 ਸੈਂਟੈਂਸਿਸ ਨੇ ਜਿਸ ਦੇ ਕਿ ਆਪਾਂ ਨੇ ਟੈਂਸਿਸ ਆਈਡੈਂਟੀਫਾਈ ਕੀਤੇ ਨੇ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵਾਲਾ ਵੀਡੀਓ ਵੀ ਜ਼ਰੂਰ ਦੇਖਿਆ ਹੋਵੇਗਾ। ਜੇਕਰ ਮਿਸ ਹੋਇਆ ਹੈ ਤਾਂ ਉੱਪਰ ਟਾਪ ਰਾਈਟ ਕਾਰਨਰ ਤੇ ਮੈਂ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ। ਸਟੂਡੈਂਟਸ, ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਮੈਂ ਕਲਾਸ +1 ਦੇ ਪਹਿਲੇ ਤੇ ਦੂਜੀ ਤਿਮਾਹੀ ਦੇ ਜਿੰਨੇ ਵੀ ਚੈਪਟਰਸ ਤੁਹਾਡੇ ਸਿਲੇਬਸ ਦੇ ਵਿੱਚ ਇਨਕਲੂਡ ਨੇ, ਉਹਨਾਂ ਸਾਰਿਆਂ ਚੈਪਟਰਸ ਦੀ ਐਕਸਪਲੇਨੇਸ਼ਨ, ਉਹਨਾਂ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਲੌਂਗ ਆਨਸਰ ਟਾਈਪ ਕੁਐਸਚਨਸ ਅਤੇ ਉਹਨਾਂ ਚੈਪਟਰਸ ਦੇ ਐਂਡ ਦੇ ਵਿੱਚ ਦਿੱਤੀਆਂ ਹੋਈਆਂ ਐਕਸਰਸਾਈਜ਼ਸ ਵਿਦ ਸੋਲੂਸ਼ਨਸ ਦੇ ਵੀਡੀਓ ਇਹ ਸਾਰੇ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਜੇਕਰ ਤੁਹਾਡੇ ਵੀਡੀਓ ਮਿਸ ਹੋਏ ਹਨ ਤਾਂ ਮੈਂ +1 ਕਲਾਸ ਦੀ ਪਲੇਲਿਸਟ ਦਾ ਲਿੰਕ ਤੁਹਾਨੂੰ ਟਾਪ ਰਾਈਟ ਕਾਰਨਰ ਤੇ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਉਹ ਸਾਰੇ ਵੀਡੀਓਜ਼ ਦੇਖ ਸਕਦੇ ਹੋ ਜੋ ਤੁਹਾਡੇ ਮਿਸ ਹੋਏ ਹਨ। ਸਟੂਡੈਂਟਸ, ਤੁਹਾਡੀ ਇੰਗਲਿਸ਼ ਟੈਕਸਟ ਬੁੱਕ ਦੇ 60 ਨੰਬਰ ਪੇਜ ਨੰਬਰ 60 ਦੇ ਉੱਪਰ ਪਹਿਲੇ ਨੰਬਰ ਦੀ ਕੰਪਰੀਹੈਂਸ਼ਨ ਵਾਲੇ ਕੁਐਸਚਨ ਦੇ ਵਿੱਚ ਇਹ ਪਾਰਟ ਦੇ ਵਿੱਚ ਸ਼ਾਰਟ ਆਨਸਰ ਟਾਈਪ ਕੁਐਸਚਨ ਦਿੱਤੇ ਹੋਏ ਨੇ, ਜਿਵੇਂ ਕਿ ਲਿਖਿਆ ਹੋਇਆ ਹੈ ਕਿ ਆਨਸਰ ਦਾ ਫੋਲੋਇੰਗ ਕੁਐਸਚਨਸ ਇਨ 10 to 15 words each। ਤਾਂ ਸਟੂਡੈਂਟਸ 5 ਸ਼ਾਰਟ ਆਨਸਰ ਟਾਈਪ ਕੁਐਸਚਨ 60 ਨੰਬਰ ਪੇਜ ਤੇ ਨੇ ਅਤੇ 5 ਹੀ ਸ਼ਾਰਟ ਆਨਸਰ ਟਾਈਪ ਕੁਐਸਚਨਸ 61 ਨੰਬਰ ਪੇਜ ਤੇ ਨੇ। ਤਾਂ ਟੋਟਲ 10 ਕੁਐਸਚਨਸ ਹੋ ਗਏ ਜੀ। ਇਹ ਸਾਰੇ ਦੇ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੇ। ਇਹ ਤੁਹਾਨੂੰ ਸਟੂਡੈਂਟਸ ਇਹ ਵੀ ਪਤਾ ਹੈ ਕਿ ਐਗਜ਼ਾਮ ਦੇ ਵਿੱਚ ਇਹ 2-2 ਨੰਬਰ ਦੇ ਕੁਐਸਚਨਸ ਆਉਂਦੇ ਨੇ। ਤਾਂ ਮੈਂ ਇਹਨਾਂ ਸਾਰੇ ਕੁਐਸਚਨਸ ਦੇ ਬਹੁਤ ਹੀ ਸਿੰਪਲ ਸੈਂਟੈਂਸਿਸ ਦੇ ਵਿੱਚ ਆਨਸਰਸ ਫਰੇਮ ਕੀਤੇ ਨੇ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟ, ਸਾਡਾ ਪਹਿਲਾ ਕੁਐਸਚਨ ਹੈ ਕਿ ਨੇਮ ਦਾ 5 ਰੈਸਿਪੀਐਂਟਸ ਆਫ ਦਾ ਪਰਮਵੀਰ ਚੱਕਰ ਮੈਂਸ਼ਨ ਇਨ ਦਾ ਲੈਸਨ ਲੈਟਸ ਨਾਟ ਫੋਰਗੇਟ ਦਾ ਮਾਰਟਰਸ। ਬੱਚਿਓ, ਸਾਨੂੰ ਪਤਾ ਹੈ ਕਿ ਇਹ ਚੈਪਟਰ ਲੈਟਸ ਨਾਟ ਫੋਰਗੇਟ ਦਾ ਮਾਰਟਰਸ ਵੰਦਨਾ ਸਹਿਗਲ ਦੁਆਰਾ ਕੰਪਾਈਲ ਕੀਤਾ ਹੋਇਆ। ਕੰਪਾਈਲ ਦਾ ਮਤਲਬ ਬੱਚਿਓ ਇਹ ਹੁੰਦਾ ਹੈ ਕਿ ਵੰਦਨਾ ਸਹਿਗਲ ਨੇ ਜਿੰਨਾ ਵੀ ਚੈਪਟਰ ਦੇ ਵਿੱਚ ਟੈਕਸਟ ਆਇਆ ਹੈ ਉਹ ਵੱਖ-ਵੱਖ ਜਗ੍ਹਾ ਤੋਂ ਲੈ ਕੇ ਉਹਨਾਂ ਨੂੰ ਇੱਕ ਚੈਪਟਰ ਦੀ ਸ਼ੇਪ ਦਿੱਤੀ ਹੈ। ਤਾਂ ਮੈਂ ਤੁਹਾਨੂੰ ਐਕਸਪਲੇਨੇਸ਼ਨ ਵਾਲੇ ਵੀਡੀਓ 'ਚ ਦੱਸਿਆ ਸੀ ਕਿ ਵੰਦਨਾ ਸਹਿਗਲ ਨੇ ਬਹੁਤ ਸਾਰਾ ਟੈਕਸਟ ਵਿਕੀਪੀਡੀਆ ਵਰਗੀਆਂ ਸਾਈਟਸ ਤੋਂ ਲਿਆ ਹੋਇਆ ਹੈ ਤੇ ਇਸ ਪੂਰੇ ਚੈਪਟਰ ਦੇ ਵਿੱਚ 5 ਜਾਂਬਾਜ਼ ਭਾਰਤੀ ਫੌਜੀਆਂ ਦਾ ਜ਼ਿਕਰ ਹੈ, ਜਿਨ੍ਹਾਂ ਨੇ ਯੁੱਧ ਦੇ ਵਿੱਚ ਆਪਣੀ ਵੀਰਤਾ ਦਿਖਾਉਂਦੇ ਹੋਏ ਦੇਸ਼ ਦਾ ਸਰਵਉੱਚ ਬਹਾਦਰੀ ਦਾ ਮੈਡਲ ਪਰਮਵੀਰ ਚੱਕਰ ਪ੍ਰਾਪਤ ਕੀਤਾ ਹੈ। ਤਾਂ ਕੁਐਸਚਨ ਉਹਦੇ ਬਾਰੇ ਹੀ ਹੈ ਕਿ ਨੇਮ ਦਾ 5 ਰੈਸਿਪੀਐਂਟਸ ਕੇ 5 ਪਰਮਵੀਰ ਚੱਕਰ ਵਿਜੇਤਾਵਾਂ ਦੇ ਨਾਮ ਦੱਸੋ ਜਿਨ੍ਹਾਂ ਦਾ ਇਸ ਲੈਸਨ ਦੇ ਵਿੱਚ ਵਰਣਨ ਹੋਇਆ ਹੈ। ਮੈਂਸ਼ਨ ਦਾ ਮਤਲਬ ਉਹਨਾਂ ਦਾ ਜ਼ਿਕਰ ਹੋਇਆ ਹੈ। ਇਹ ਲੈਸਨ ਕਿਹੜਾ ਹੈ ਜੀ? ਲੈਟਸ ਨਾਟ ਫੋਰਗੇਟ ਦਾ ਮਾਰਟਰਸ। The 5 recipients of the ਪਰਮਵੀਰ ਚੱਕਰ mentioned in the lesson are। ਤਾਂ ਬੱਚਿਓ, ਆਨਸਰ ਆਪਾਂ ਇਸ ਤਰ੍ਹਾਂ ਸ਼ੁਰੂ ਕਰਾਂਗੇ ਕਿ ਪਾਠ ਦੇ ਵਿੱਚ ਜ਼ਿਕਰ ਹੋਏ
5 परमवीर ਚੱਕ ਵਿਜੇਤਾਵਾਂ ਦੇ ਨਾਮ ਹਨ। ਮੇਜਰ ਸੋਮਨਾਥ ਸ਼ਰਮਾ, ਕੌਮਾ, ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ, ਕੌਮਾ, ਹਵਲਦਾਰ ਅਬਦੁਲ ਹਮੀਦ, ਕੌਮਾ, ਫਲਾइंग ऑफिसर ਨਿਰਮਲਜੀਤ ਸਿੰਘ ਸੇਖੋਂ ਐਂਡ ਕੈਪਟਨ ਵਿਕਰਮ ਬਤਰਾ। ਅਸੀਂ ਪੂਰਾ ਬੱਚਿਓ ਚੈਪਟਰ ਪੜ੍ਹਿਆ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ ਮੇਜਰ ਸੋਮਨਾਥ ਸ਼ਰਮਾ ਦਾ ਆਉਂਦਾ ਹੈ। ਤਾਂ ਸਟੂਡੈਂਟਸ ਇਹ 5 ਫੌਜੀਆਂ ਦਾ ਨਾਮ ਲਿਖਦੇ ਹੋਏ ਤੁਹਾਨੂੰ ਸਪੈਲਿੰਗਸ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਸ ਤੌਰ 'ਤੇ ਜਿਹੜੇ ਕੈਪੀਟਲ ਲੈਟਰਸ ਨੇ ਉਹਨਾਂ ਦਾ ਧਿਆਨ ਜ਼ਰੂਰ ਰੱਖਣਾ ਹੈ। ਜਿਵੇਂ ਮੇਜਰ ਸੋਮਨਾਥ ਸ਼ਰਮਾ ਦੇ ਕੈਪੀਟਲ ਲੈਟਰ ਕਿਹੜੇ ਨੇ, ਸਮੌਲ ਲੈਟਰਸ ਕਿਹੜੇ ਨੇ। ਇਸੇ ਤਰ੍ਹਾਂ ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ ਦੇ ਕੈਪੀਟਲ ਲੈਟਰਸ ਅਤੇ ਸਮੌਲ ਲੈਟਰਸ ਦਾ ਧਿਆਨ ਰੱਖਣਾ ਹੈ। ਸੇਮ ਇਸੇ ਤਰ੍ਹਾਂ ਹਵਲਦਾਰ ਅਬਦੁਲ ਹਮੀਦ ਦੇ ਵਿੱਚ ਹਵਲਦਾਰ ਅਬਦੁਲ ਹਮੀਦ, ਤਾਂ ਇਹਨਾਂ ਦੇ ਕੈਪੀਟਲ ਲੈਟਰਸ ਦਾ ਧਿਆਨ। ਫਲਾइंग ऑफिसर ਨਿਰਮਲਜੀਤ ਸਿੰਘ ਸੇਖੋਂ ਦੇ ਵਿੱਚ ਵੀ ਤੁਸੀਂ ਕੈਪੀਟਲ ਲੈਟਰਸ ਦਾ ਬੱਚਿਓ ਧਿਆਨ ਰੱਖਣਾ ਹੈ। ਅਤੇ ਕੈਪਟਨ ਵਿਕਰਮ ਬਤਰਾ ਦੇ ਵਿੱਚ ਵੀ ਤੁਸੀਂ ਸੇਮ ਇਸੇ ਗੱਲ ਦਾ ਧਿਆਨ ਰੱਖਣਾ ਹੈ। ਹੁੰਦਾ ਕੀ ਹੈ ਬੱਚਿਓ ਕਿ ਜਦੋਂ ਅਸੀਂ ਨਾਮ ਕਿਸੇ ਦਾ ਲਿਖਦੇ ਹਾਂ ਨਾ ਤਾਂ ਕਈ ਵਾਰੀ ਅਸੀਂ ਸਮੌਲ ਲੈਟਰ ਸਾਰੀ ਪਾ ਦਿੰਦੇ ਹਾਂ, ਜੋ ਕਿ ਇੱਕ ਗ੍ਰਾਮਰ ਦੀ ਮਿਸਟੇਕ ਹੈ, ਜਿੱਥੋਂ ਇਹ ਸ਼ੋ ਹੁੰਦਾ ਹੈ ਕਿ ਸਾਨੂੰ ਬੇਸਿਕ ਚੀਜ਼ਾਂ ਦਾ ਪਤਾ ਨਹੀਂ ਹੈ। ਤਾਂ ਇਹਨਾਂ ਛੋਟੀਆਂ ਚੀਜ਼ਾਂ ਵੱਲ ਧਿਆਨ ਦਿਆ ਕਰੋ। ਤਾਂ ਸੈਕਿੰਡ ਕੁਐਸਚਨ ਹੈ ਬੱਚਿਓ, ਵੈਨ ਐਂਡ ਵੇਅਰ ਡਿਡ ਮੇਜਰ ਸੋਮਨਾਥ ਸ਼ਰਮਾ ਡਾਈ। ਚੈਪਟਰ ਦੇ ਪਹਿਲੇ ਪਾਰਟ ਦੇ ਵਿੱਚ ਹੀ ਮੇਜਰ ਸੋਮਨਾਥ ਸ਼ਰਮਾ ਦਾ ਜ਼ਿਕਰ ਆਉਂਦਾ ਹੈ ਜੀ। ਤਾਂ ਉਹਦੇ ਬਾਰੇ ਕੁਐਸਚਨ ਹੈ ਕਿ ਕਦੋਂ, ਵੈਨ ਦਾ ਮਤਲਬ ਕਦੋਂ, ਅਤੇ ਕਿੱਥੇ ਮੇਜਰ ਸੋਮਨਾਥ ਸ਼ਰਮਾ ਦੀ ਸ਼ਹੀਦੀ ਹੋਈ। ਨਾਓ ਇੱਥੇ ਦੋ ਗੱਲਾਂ ਦਾ ਧਿਆਨ ਹੈ ਬੱਚਿਓ ਕਿ ਇੱਕੋ ਹੀ ਕੁਐਸਚਨ ਦੇ ਵਿੱਚ ਉਹਨਾਂ ਨੇ ਦੋ ਚੀਜ਼ਾਂ ਪੁੱਛੀਆਂ, ਇੱਕ ਤਾਂ ਪੁੱਛਿਆ ਵੈਨ, ਇੱਕ ਪੁੱਛਿਆ ਵੇਅਰ। ਤਾਂ ਇਹਨਾਂ ਦਾ ਧਿਆਨ ਰੱਖਣਾ ਬੱਚਿਓ, ਜਲਦਬਾਜ਼ੀ ਨਹੀਂ ਕਰਨੀ, ਸਾਨੂੰ ਇਹਨਾਂ ਦੋਨਾਂ ਦਾ ਆਨਸਰ ਇਸੇ ਆਨਸਰ ਦੇ ਵਿੱਚ ਲਿਖਣਾ ਪਏਗਾ। ਮੇਜਰ ਸੋਮਨਾਥ ਸ਼ਰਮਾ died in Bedgam village in the Kashmir Valley on November 3, 1947। ਤਾਂ ਮੇਜਰ ਸੋਮਨਾਥ ਸ਼ਰਮਾ ਸ਼ਹੀਦ ਹੋਏ, ਡਾਈਡ ਕਿੱਥੇ, ਬੈਡਗਾਮ ਪਿੰਡ ਦੇ ਵਿੱਚ। ਕਿਉਂਕਿ ਬੈਡਗਾਮ ਇੱਕ ਪਿੰਡ ਦਾ ਨਾਮ ਹੈ ਤਾਂ ਬੀ ਵੱਡੀ ਪਾਣੀ ਹੈ। ਇਹ ਬੈਡਗਾਮ ਵਿਲੇਜ ਕਿੱਥੇ ਹੈ ਜੀ, ਕਸ਼ਮੀਰ ਵੈਲੀ ਦੇ ਵਿੱਚ ਹੈ ਜੀ। ਇਹ ਕਸ਼ਮੀਰ ਦੀ ਕੇ ਤੇ ਵੀ ਸੇਮ ਉਸੇ ਤਰ੍ਹਾਂ, ਬਿਕੋਜ਼ ਇਟਸ ਅ ਨੇਮ ਆਫ ਅ ਵੈਲੀ, ਕਿਸੇ ਸਥਾਨ ਦਾ ਨਾਮ ਹੈ। ਕੈਪੀਟਲ ਲੈਟਰ ਦਾ ਧਿਆਨ ਰੱਖਣਾ ਹੈ। ਅਤੇ ਇਹਨਾਂ ਦੀ ਸ਼ਹੀਦੀ ਕਦੋਂ ਹੋਈ, ਨਵੰਬਰ 3, 1947 ਨੂੰ। 3 ਨਵੰਬਰ 1947 ਨੂੰ ਇਹ ਸ਼ਹੀਦੀ ਪ੍ਰਾਪਤ ਕਰ ਗਏ। ਤਾਂ ਸਾਨੂੰ ਬੱਚਿਓ ਪਤਾ ਹੈ, ਅਸੀਂ ਚੈਪਟਰ ਵਿੱਚ ਪੜ੍ਹਿਆ ਹੈ ਕਿ ਪਾਕਿਸਤਾਨ ਤੋਂ ਆਏ ਹੋਏ ਇਨਫਿਲਟ੍ਰੇਟਰਸ ਅਤੇ ਰੇਡਰਸ ਘੁਸਪੈਠੀਆਂ ਨੇ ਬੈਡਗਾਮ ਪਿੰਡ ਦੇ ਵਿੱਚ ਇਹਨਾਂ ਦੀ ਬਟਾਲੀਅਨ ਨੂੰ ਘੇਰਾ ਪਾ ਲਿਆ ਸੀ। ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਹ ਘੁਸਪੈਠੀ ਆਏ ਸੀ, ਲਗਭਗ 7 ਗੁਣੇ ਇਹਨਾਂ ਤੋਂ ਜ਼ਿਆਦਾ ਸੀ। ਮੇਜਰ ਸੋਮਨਾਥ ਸ਼ਰਮਾ ਦੀ ਫੌਜ ਦੇ ਵਿੱਚ ਜਿੰਨੇ ਫੌਜੀ ਸੀ ਉਹਨਾਂ ਤੋਂ 7 ਗੁਣੇ ਜ਼ਿਆਦਾ ਘੁਸਪੈਠੀਏ ਸੀ। ਲੇਕਿਨ ਇਹਨਾਂ ਨੇ ਹਾਰ ਨਹੀਂ ਮੰਨੀ ਅਤੇ ਬਹੁਤ ਹੀ ਬਹਾਦਰੀ ਨਾਲ ਇਹਨਾਂ ਘੁਸਪੈਠੀਆਂ ਦਾ ਮੁਕਾਬਲਾ ਕੀਤਾ, ਬਹੁਤ ਜ਼ਿਆਦਾ ਨੁਕਸਾਨ ਕੀਤਾ। ਮੇਜਰ ਸੋਮਨਾਥ ਸ਼ਰਮਾ ਅਤੇ ਉਹਨਾਂ ਦੇ ਫੌਜੀਆਂ ਨੇ ਲਗਭਗ 200 ਘੁਸਪੈਠੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਉਹਨਾਂ ਦਾ ਮਨੋਬਲ ਤੋੜਤਾ ਅਤੇ ਉਹ ਅੱਗੇ ਨਹੀਂ ਵੱਧ ਪਾਏ ਅਤੇ ਸ਼੍ਰੀਨਗਰ ਏਅਰਪੋਰਟ ਨੂੰ ਆਪਣੇ ਕਬਜ਼ੇ 'ਚ ਲੈ ਨਹੀਂ ਪਾਏ ਜਿਸ ਮਨਸ਼ਾ ਨਾਲ ਉਹ ਆਏ ਸੀ। ਪਰੰਤੂ ਇਹ ਕਰਦੇ ਹੋਏ ਮੇਜਰ ਸੋਮਨਾਥ ਸ਼ਰਮਾ ਸ਼ਹੀਦੀ ਪ੍ਰਾਪਤ ਕਰ ਗਏ। ਉਹਨਾਂ ਦੇ ਇਸ ਸਾਹਸ ਅਤੇ ਵੀਰਤਾ ਦੇ ਲਈ ਭਾਰਤ ਸਰਕਾਰ ਨੇ ਮੇਜਰ ਸੋਮਨਾਥ ਸ਼ਰਮਾ ਨੂੰ ਪਰਮਵੀਰ ਚੱਕਰ ਪ੍ਰਦਾਨ ਕੀਤਾ ਸੀ। ਥਰਡ ਕੁਐਸਚਨ ਹੈ ਜੀ ਕਿ ਹਾਊ ਡਿਡ ਮੇਜਰ ਸੋਮਨਾਥ ਫੇਸ ਦਾ ਮੋਰਟਰ ਫਾਇਰਿੰਗ ਫਰੋਮ ਦਾ ਐਨੀਮੀ। ਹਾਊ ਦਾ ਮਤਲਬ ਹੁੰਦਾ ਬੱਚਿਓ ਕਿਵੇਂ। ਤਾਂ ਪਹਿਲਾ ਵਰਡ ਹਮੇਸ਼ਾ ਮੈਂ ਕਹਿੰਦਾ ਹੁੰਦਾ ਧਿਆਨ ਰੱਖਿਆ ਕਰੋ, ਉਸ ਤੋਂ ਹੀ ਸਾਨੂੰ ਅੱਧਾ ਆਨਸਰ ਪਤਾ ਲੱਗ ਜਾਂਦਾ ਕਿ ਕਿਵੇਂ ਦੇਣਾ ਹੈ। ਕਿਵੇਂ ਮੇਜਰ ਸੋਮਨਾਥ ਨੇ ਫੇਸ ਕੀਤਾ, ਸਾਹਮਣਾ ਕੀਤਾ ਮੋਰਟਰ ਫਾਇਰਿੰਗ ਨੂੰ, ਜਿਹੜੀ ਕਿ ਦੁਸ਼ਮਣਾਂ ਵੱਲੋਂ ਹੋ ਰਹੀ ਸੀ, ਫਰੋਮ ਦਾ ਐਨੀਮੀ। ਨਾ ਮੋਰਟਰ ਫਾਇਰਿੰਗ ਦਾ ਬੱਚਿਓ ਮੈਂ ਤੁਹਾਨੂੰ ਚੈਪਟਰ ਦੇ ਵਿੱਚ ਬੜਾ ਹੀ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਸੀ ਮੋਟਰ ਫਾਇਰਿੰਗ ਦੇ ਬਾਰੇ। ਮੋਟਰ ਫਾਇਰਿੰਗ ਦੀ ਮੈਂ ਤੁਹਾਨੂੰ ਪਿਕ ਵੀ ਦਿਖਾਈ ਸੀ। ਤੇ ਮੋਟਰ ਫਾਇਰਿੰਗ ਕੀ ਹੁੰਦੀ ਹੈ, ਤਾਂ ਇੱਕ ਗਨ ਹੁੰਦੀ ਹੈ ਜੀ, ਉਸ ਦੇ ਵਿੱਚੋਂ ਦੀ ਗੋਲੇ ਨਿਕਲਦੇ ਆ ਜਿਹੜੇ ਕਾਫੀ ਦੂਰ ਤੱਕ ਮਾਰ ਕਰਦੇ ਆ। ਤਾਂ ਇਹ ਜਿਹੜੇ ਪਾਕਿਸਤਾਨੀ ਘੁਸਪੈਠੀਏ ਆਏ ਸੀ ਇਹ ਮੋਟਰ ਫਾਇਰ ਕਰ ਰਹੇ ਸੀ ਬਹੁਤ ਜ਼ਿਆਦਾ। ਤਾਂ ਕੁਐਸਚਨ ਇਹ ਹੈ ਜੀ ਕਿ ਮੇਜਰ ਸੋਮਨਾਥ ਸ਼ਰਮਾ ਨੇ ਇਸ ਮੋਟਰ ਫਾਇਰਿੰਗ ਦਾ ਸਾਹਮਣਾ ਕਿਵੇਂ ਕੀਤਾ। ਤਾਂ ਅਸੀਂ ਆਨਸਰ ਲਿਖਾਂਗੇ, ਅੰਡਰ ਹੈਵੀ ਮੋਟਰ ਫਾਇਰਿੰਗ ਮੇਜਰ ਸੋਮਨਾਥ ਸ਼ਰਮਾ ਰੈਨ ਫਰੋਮ ਪੋਸਟ ਟੂ ਪੋਸਟ ਫਿਲਿੰਗ ਦਾ ਮੈਗਜ਼ੀਨਸ ਐਂਡ ਅਰਜਡ ਹਿਸ ਕੰਪਨੀ ਟੂ ਫਾਈਟ ਬਰੇਵਲੀ। ਹੁਣ ਜਦੋਂ ਬਹੁਤ ਹੀ ਜ਼ਿਆਦਾ ਮੋਟਰ ਫਾਇਰਿੰਗ ਹੋ ਰਹੀ ਸੀ, ਅੰਡਰ ਹੈਵੀ ਮੋਟਰ ਫਾਇਰਿੰਗ ਬਹੁਤ ਹੀ ਜ਼ਿਆਦਾ ਹੋ ਰਹੀ ਸੀ ਮੋਟਰ ਫਾਇਰਿੰਗ, ਮੇਜਰ ਸੋਮਨਾਥ ਸ਼ਰਮਾ ਦੌੜੇ, ਰੈਨ ਫਰੋਮ ਪੋਸਟ ਟੂ ਪੋਸਟ, ਇੱਕ ਪੋਸਟ ਤੋਂ ਦੂਜੀ ਪੋਸਟ ਵੱਲ। ਕਿਉਂ, ਫਿਲਿੰਗ ਦਾ ਮੈਗਜ਼ੀਨਸ, ਕਿਉਂਕਿ ਜਿਹੜੇ ਇਹਨਾਂ ਦੇ ਫੌਜੀ ਲਾਈਟ ਮਸ਼ੀਨ ਗਨ ਚਲਾ ਰਹੇ ਸੀ। ਤੁਹਾਨੂੰ ਪਤਾ ਹੈ ਲਾਈਟ ਮਸ਼ੀਨ ਗਨ ਦੇ ਵਿੱਚ ਮੈਗਜ਼ੀਨ ਹੁੰਦਾ ਬੱਚਿਓ, ਜਿੱਥੋਂ ਦੀ ਜੋ ਕਿ ਇੱਕ ਤਰ੍ਹਾਂ ਦਾ ਬੁਲੇਟ ਹੋਲਡਰ ਹੁੰਦਾ ਹੈ। ਮੈਂ ਤੁਹਾਨੂੰ ਐਕਸਪਲੇਨ ਕਰਦੇ ਹੋਏ ਇਸ ਦੀ ਇਮੇਜ ਵੀ ਦਿਖਾਈ ਸੀ। ਤਾਂ ਉਹ ਮੈਗਜ਼ੀਨ ਜਲਦੀ ਖਤਮ ਹੋ ਜਾਂਦੇ ਆ ਬਿਕੋਜ਼ ਉਹਦੇ 'ਚ ਬੁਲੇਟਸ ਗਿਣਤੀ 'ਚ ਹੁੰਦੇ ਹੈ,
ਉਹਨਾਂ ਦੀ ਇੱਕ ਪਾਰਟਿਕੂਲਰ ਗਿਣਤੀ ਹੁੰਦੀ ਹੈ। ਤਾਂ ਮੇਜਰ ਸੋਮਨਾਥ ਸ਼ਰਮਾ ਹਰ ਇੱਕ ਪੋਸਟ 'ਤੇ ਜਾ ਕੇ ਜਦੋਂ ਕਿਸੇ ਫੌਜੀ ਦੀ ਲਾਈਟ ਮਸ਼ੀਨ ਗਨ ਦਾ ਮੈਗਜ਼ੀਨ ਖਤਮ ਹੋ ਜਾਂਦਾ ਸੀ ਤਾਂ ਉਹ ਮੈਗਜ਼ੀਨ ਉਸ ਨੂੰ ਰੀਲੋਡ ਕਰਦੇ ਸੀ। ਉਹ ਹਰ ਇੱਕ ਫੌਜੀ ਕੋਲ ਜਾ ਕੇ, ਕਿਉਂਕਿ ਜਦੋਂ ਫੌਜ ਬੱਚਿਓ ਲੜਦੀ ਹੁੰਦੀ ਹੈ ਕਈ ਪੋਸਟਾਂ 'ਤੇ ਲੜਦੀ ਹੁੰਦੀ ਹੈ, ਤਾਂ ਇਹ ਹਰ ਇੱਕ ਪੋਸਟ 'ਤੇ ਜਾ ਕੇ ਮੈਗਜ਼ੀਨਸ ਰੀਲੋਡ ਕਰ ਰਹੇ ਸੀ। ਤਾਂ ਦੇਖੋ ਜਦੋਂ ਇਹ ਇੱਕ ਪੋਸਟ ਤੋਂ ਦੂਜੀ ਪੋਸਟ 'ਤੇ ਜਾਂਦੇ ਸੀ ਤਾਂ ਬਹੁਤ ਜ਼ਿਆਦਾ ਹੈਵੀ ਮੋਟਰ ਫਾਇਰਿੰਗ ਹੋ ਰਹੀ ਸੀ, ਅਤੇ ਉਸ ਦੇ ਵਿੱਚੋਂ ਦੀ ਲੰਘਣਾ ਦੇਖੋ ਕਿੰਨਾ ਹੀ ਸਾਹਸ ਵਾਲਾ ਕੰਮ ਹੈ। ਤਾਂ ਇਸ ਤਰ੍ਹਾਂ ਹੀ ਕਰ ਰਹੇ ਸੀ, ਅਤੇ ਨਾਲ ਇਹ ਆਪਣੀ ਫੌਜ ਦੇ, ਆਪਣੀ ਕੰਪਨੀ ਦੇ ਫੌਜੀਆਂ ਨੂੰ, ਕੰਪਨੀ ਦਾ ਮਤਲਬ ਇੱਥੇ ਇਹਨਾਂ ਦੀ ਜਿਹੜੀ ਫੌਜ ਦੀ ਟੁਕੜੀ ਹੈ ਉਹਨਾਂ ਨੂੰ ਇਹ ਹੌਸਲਾ ਵੀ ਦੇ ਰਹੀ ਸੀ, ਅਰਜਡ ਹਿਜ਼ ਕੰਪਨੀ ਟੂ ਫਾਈਟ ਬਰੇਵਲੀ, ਕਿ ਉਹ ਬਹਾਦਰੀ ਨਾਲ ਲੜਨ। ਆਪਣਾ ਕੰਮ ਤਾਂ ਬਖੂਬੀ ਕਰ ਹੀ ਰਹੇ ਸੀ। ਦੇਖੋ ਇਹ ਇੱਕ ਪੋਸਟ ਤੋਂ ਦੂਜੀ ਪੋਸਟ ਵੱਲ ਜਾ ਕੇ ਮੈਗਜ਼ੀਨ ਰੀਲੋਡ ਕਰਨ ਦਾ, ਲੇਕਿਨ ਨਾਲ ਇਹ ਆਪਣੇ ਫੌਜੀਆਂ ਨੂੰ ਹੌਸਲਾ ਵੀ ਦੇ ਰਹੇ ਸੀ। ਅਤੇ ਬੱਚਿਓ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਕਿ ਉਸ ਸਮੇਂ ਮੇਜਰ ਸੋਮਨਾਥ ਸ਼ਰਮਾ ਦਾ ਸੱਜਾ ਹੱਥ ਪੂਰੀ ਤਰ੍ਹਾਂ ਠੀਕ ਨਹੀਂ ਸੀ, ਉਸ 'ਤੇ ਪਲਾਸਟਰ ਚੜ੍ਹਿਆ ਹੋਇਆ ਸੀ। ਬਿਕੋਜ਼ ਆਪਾਂ ਨੇ ਬੱਚਿਓ ਇਹ ਚੈਪਟਰ 'ਚੋਂ ਪੜ੍ਹਿਆ ਕਿ ਹਾਕੀ ਖੇਲਦੇ ਹੋਏ ਉਹਨਾਂ ਦੇ ਫ੍ਰੈਕਚਰ ਆਇਆ ਸੀ ਹੱਥ 'ਤੇ, ਇਸ ਕਰਕੇ ਉੱਤੇ ਪਲਾਸਟਰ ਚੜ੍ਹਿਆ ਹੋਇਆ ਸੀ। ਲੇਕਿਨ ਫਿਰ ਵੀ ਇਹ ਆਪਣੀ ਕੰਪਨੀ ਦੇ ਨਾਲ ਆਏ ਅਤੇ ਉਹਨਾਂ ਦੁਸ਼ਮਣਾਂ ਦਾ ਸਾਹਮਣਾ ਕੀਤਾ, ਬਿਲਕੁਲ ਪਰਵਾਹ ਨਹੀਂ ਕੀਤੀ, ਲੜਦੇ ਸ਼ਹੀਦੀ ਪ੍ਰਾਪਤ ਕਰ ਗਏ। ਅਤੇ ਇਹਨਾਂ ਦੀ ਬਹਾਦਰੀ ਨੂੰ ਦੇਖਦੇ ਹੋਏ, ਜਜ਼ਬੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇਹਨਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ। ਫੋਰਥ ਕੁਐਸਚਨ ਹੈ ਜੀ, ਇਨ ਵਿਚ ਵਾਰ ਡਿਡ ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ ਡਿਸਟਿੰਗੁਇਸ਼ ਹਿਮਸੈਲਫ ਐਜ਼ ਅ ਗ੍ਰੇਟ ਸੋਲਜਰ। ਇਨ ਵਿਚ ਵਾਰ, ਕਿਸ ਲੜਾਈ ਦੇ ਵਿੱਚ, ਕਿਸ ਯੁੱਧ ਦੇ ਵਿੱਚ। ਵਾਰ ਦਾ ਮਤਲਬ ਇੱਥੇ ਯੁੱਧ ਹੋ ਗਿਆ ਜੀ। ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ ਨੇ ਡਿਸਟਿੰਗੁਇਸ਼ ਹਿਮਸੈਲਫ ਦਾ ਮਤਲਬ ਹੈ ਬੱਚਿਓ ਕਿ ਉਹਨਾਂ ਨੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਅਲੱਗ ਤੌਰ 'ਤੇ ਵੱਖ ਕਰਕੇ ਦਿਖਾਇਆ ਕਿ ਉਹ ਇੱਕ ਮਹਾਨ ਸਿਪਾਹੀ ਸੀ। ਅ ਗ੍ਰੇਟ ਸੋਲਜਰ, ਸੋਲਜਰ ਦਾ ਮਤਲਬ ਇੱਥੇ ਸਿਪਾਹੀ ਤੋਂ ਹੈ। ਤਾਂ ਬੱਚਿਓ ਇਹਦਾ ਆਨਸਰ ਹੈ ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ ਡਿਸਟਿੰਗੁਇਸ਼ ਹਿਮਸੈਲਫ ਐਜ਼ ਅ ਗ੍ਰੇਟ ਸੋਲਜਰ ਇਨ ਦਾ ਇੰਡੋ ਚਾਈਨਾ ਵਾਰ ਆਫ 1962। ਤਾਂ 1962 ਈਸਵੀ ਦੇ ਵਿੱਚ ਜਿਹੜੀ ਭਾਰਤ ਤੇ ਚੀਨ ਦੇ ਵਿਚਕਾਰ ਯੁੱਧ ਹੋਇਆ ਜੀ, ਉਸ ਲੜਾਈ ਦੇ ਵਿੱਚ ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ ਨੇ ਆਪਣੇ ਆਪ ਨੂੰ ਅਲੱਗ ਤੌਰ 'ਤੇ ਇੱਕ ਮਹਾਨ ਸਿਪਾਹੀ ਵਜੋਂ ਸਿੱਧ ਕਰਕੇ ਦਿਖਾਇਆ, ਅਤੇ ਇਸੇ ਕਰਕੇ ਹੀ ਵਾਜ਼ ਅਵਾਰਡਡ ਦਾ ਪਰਮਵੀਰ ਚੱਕਰ, ਉਹਨਾਂ ਨੂੰ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ। ਤਾਂ ਸਟੂਡੈਂਟਸ ਤੁਹਾਨੂੰ ਪਤਾ ਹੋਣਾ ਕਿ ਜਦੋਂ ਮੇਜਰ ਧਨ ਸਿੰਘ ਥਾਪਾ ਦੀ ਡਿਊਟੀ ਸੀ ਲੱਦਾਖ ਦੇ ਚੂਸ਼ੂਲ ਏਅਰਪੋਰਟ ਦੇ ਕੋਲ ਸਿਰੀਜਪ 1 ਪੋਸਟ 'ਤੇ, ਤਾਂ ਉਦੋਂ ਚੀਨੀਆਂ ਨੇ ਇਹਨਾਂ ਦੀ ਟੁਕੜੀ 'ਤੇ ਹਮਲਾ ਕੀਤਾ, ਅਤੇ ਉਸ ਪਹਿਲੇ ਹਮਲੇ ਦੇ ਦੌਰਾਨ ਇਹਨਾਂ ਦੇ ਵਾਇਰਲੈਸ ਸੈੱਟ ਡੈਮੇਜ ਹੋ ਗਏ ਸੀ, ਜਿਸ ਕਰਕੇ ਇਹ ਆਪਣੇ ਹੈੱਡਕੁਆਟਰ ਦੇ ਨਾਲ ਰਾਬਤਾ ਕਾਇਮ ਨਹੀਂ ਕਰ ਸਕਦੇ ਸੀ। ਉਹਨਾਂ ਨੂੰ ਇਹ ਸਿਚੁਏਸ਼ਨ ਬਾਰੇ ਦੱਸ ਨਹੀਂ ਸੀ ਸਕਦੇ। ਲੇਕਿਨ ਮੇਜਰ ਧਨ ਸਿੰਘ ਥਾਪਾ ਅਤੇ ਇਹਨਾਂ ਦੇ ਫੌਜ ਦੇ ਸਿਪਾਹੀਆਂ ਨੇ ਅਤੇ ਇਹਨਾਂ ਦੇ ਨਾਲ ਦੇ ਫੌਜੀਆਂ ਨੇ ਬਿਲਕੁਲ ਘਬਰਾਏ ਨਹੀਂ ਉਹ, ਅਤੇ ਉਹਨਾਂ ਨੇ ਚੀਨੀਆਂ ਦਾ ਡਰ ਕੇ ਮੁਕਾਬਲਾ ਕੀਤਾ। 3 ਵਾਰੀ ਚੀਨੀਆਂ ਨੂੰ ਪਿੱਛੇ ਧੱਕਿਆ ਉਹਨਾਂ ਨੇ। ਤਾਂ ਚੀਨੀ ਲਗਾਤਾਰ ਆਈ ਗਏ, ਜ਼ਿਆਦਾ ਗਿਣਤੀ ਦੇ ਵਿੱਚ ਵਾਰ-ਵਾਰ ਆਈ ਗਏ, ਅਤੇ ਜਦੋਂ ਲਾਸਟ ਵਾਰੀ ਚੀਨੀ ਆਪਣੇ ਨਾਲ ਟੈਂਕ ਲਿਆਏ ਅਤੇ ਨਾਲ ਇਨਫੈਂਟਰੀ ਲਿਆਏ, ਤਾਂ ਉਸ ਸਮੇਂ ਧਨ ਸਿੰਘ ਥਾਪਾ ਅਤੇ ਉਹਨਾਂ ਦੇ ਫੌਜੀਆਂ ਕੋਲ ਐਮੂਨੀਸ਼ਨ ਦੀ ਕਮੀ ਹੋ ਗਈ, ਅਤੇ ਐਂਡ ਦੇ ਵਿੱਚ ਧਨ ਸਿੰਘ ਥਾਪਾ ਆਪਣੀ ਖਾਈ ਦੇ ਵਿੱਚੋਂ ਬਾਹਰ ਆ ਗਏ, ਅਤੇ ਉਹਨਾਂ ਨੇ 2-2 ਹੱਥ ਕੀਤੇ ਬਿਨਾਂ ਹਥਿਆਰ ਦੇ ਨਾਲ ਚੀਨੀਆਂ ਦੇ ਨਾਲ, ਅਤੇ ਚੀਨੀਆਂ ਨੂੰ ਕਈਆਂ ਨੂੰ ਮੌਤ ਦੇ ਘਾਟ ਉਤਾਰਿਆ। ਅੰਤ ਵਿੱਚ ਇਹਨਾਂ ਨੂੰ ਫੜ ਲਿਆ ਗਿਆ ਅਤੇ ਫਿਰ ਇਹਨਾਂ ਨੂੰ ਕੈਦੀ ਬਣਾ ਕੇ ਰੱਖਿਆ ਗਿਆ। ਆਪਾਂ ਪੜ੍ਹਿਆ ਸੀ ਚੈਪਟਰ ਦੇ ਵਿੱਚ, ਪ੍ਰਿਜ਼ਨਰ ਆਫ ਵਾਰ ਬਣਾ ਕੇ ਰੱਖਿਆ ਗਿਆ, ਅਤੇ ਬਾਅਦ ਦੇ ਵਿੱਚ ਇਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਕੈਦ ਤੋਂ। ਤਾਂ ਮੇਜਰ ਧਨ ਸਿੰਘ ਥਾਪਾ ਲੈਫਟੀਨੈਂਟ ਕਰਨਲ ਦੇ ਪਦ ਤੋਂ ਰਿਟਾਇਰ ਹੋਏ, ਅਤੇ 2005 ਦੇ ਵਿੱਚ ਇਹਨਾਂ ਦੀ ਡੈਥ ਹੋਈ। ਤਾਂ ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਇੰਨੀ ਬਹਾਦਰੀ ਦਾ ਮੁਜ਼ਾਹਰਾ ਕੀਤਾ ਉਸ ਲੜਾਈ ਦੇ ਦੌਰਾਨ, ਇਸੇ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਇੱਕ ਮਹਾਨ ਫੌਜੀ ਦੀ ਤਰ੍ਹਾਂ ਸਥਾਪਿਤ ਕੀਤਾ ਅਤੇ ਪਰਮਵੀਰ ਚੱਕਰ ਪ੍ਰਾਪਤ ਕੀਤਾ। 5th ਕੁਐਸਚਨ ਹੈ ਜੀ, ਹਵਾਲਦਾਰ ਅਬਦੁਲ ਹਮੀਦ ਇਜ਼ ਨੋਨ ਐਜ਼ ਅ ਕਿਲਰ ਆਫ ਟੈਂਕਸ, ਵਾਈ। ਤਾਂ ਸਾਡੇ ਤੀਜੇ ਫੌਜੀ ਸੀ ਜੀ ਹਵਲਦਾਰ ਅਬਦੁਲ ਹਮੀਦ, ਜਿਨ੍ਹਾਂ ਦਾ ਇਸ ਚੈਪਟਰ 'ਚ ਜ਼ਿਕਰ ਆਇਆ ਹੈ। ਉਹਨਾਂ ਨੂੰ ਕਿਲਰ ਆਫ ਟੈਂਕਸ ਕਿਹਾ ਜਾਂਦਾ ਹੈ। ਕਿਲਰ ਆਫ ਟੈਂਕਸ ਦਾ ਮਤਲਬ ਟੈਂਕਾਂ ਨੂੰ ਖਤਮ ਕਰਨ ਵਾਲਾ। ਵਾਈ, ਕਿਉਂ ਕਿਹਾ ਜਾਂਦਾ ਹੈ? ਤਾਂ ਆਨਸਰ ਹੈ ਜੀ, ਹਵਾਲਦਾਰ ਅਬਦੁਲ ਹਮੀਦ ਇਜ਼ ਨੋਨ ਐਜ਼ ਅ ਕਿਲਰ ਆਫ ਟੈਂਕਸ ਬਿਕੋਜ਼ ਹੀ ਡਿਸਟਰੋਇਡ ਮੈਨੀ ਐਨੀਮੀ ਪੈਟਰਨ ਟੈਂਕਸ ਇਨ ਦਾ ਇੰਡੋ-ਪਾਕ ਵਾਰ ਆਫ 1965। ਹਵਲਦਾਰ ਅਬਦੁਲ ਹਮੀਦ ਨੂੰ ਕਿਲਰ ਆਫ ਟੈਂਕਸ ਕਿਹਾ ਜਾਂਦਾ ਹੈ ਨਾ। ਉਹ ਕਿਲਰ ਆਫ ਟੈਂਕਸ ਇੱਕ ਫਰੇਜ਼ ਹੈ ਬੱਚਿਓ, ਇਸ ਕਰਕੇ ਤੁਸੀਂ ਇਸ ਨੂੰ ਡਬਲ ਕੋਟਸ ਦੇ ਵਿੱਚ ਪਾ ਸਕਦੇ ਹੋ, ਕਿਉਂਕਿ ਉਹਨਾਂ ਨੇ
ਤਬਾਹ ਕੀਤੇ। ਡਿਸਟਰੋਏ ਦਾ ਮਤਲਬ ਹੁੰਦਾ ਜੀ ਤਬਾਹ ਕਰਨਾ। ਬਹੁਤ ਸਾਰੇ ਦੁਸ਼ਮਣਾਂ ਦੇ ਪੈਟਰਨ ਟੈਂਕਸ ਨੂੰ, ਨਾ ਪੈਟਰਨ ਟੈਂਕਸ ਦਾ ਮਤਲਬ ਬੱਚਿਓ ਤੁਹਾਨੂੰ ਪਤਾ ਹੋਣਾ, ਜਿਹੜੇ ਕਿ 1965 ਈਸਵੀ ਦੀ ਇੰਡੋ ਪਾਕਿਸਤਾਨ ਵਾਰ ਦੇ ਵਿੱਚ ਪਾਕਿਸਤਾਨ ਵੱਲੋਂ ਵਰਤੇ ਗਏ ਸੀ। ਤਾਂ ਸਟੂਡੈਂਟਸ ਤੁਹਾਨੂੰ ਮੈਂ ਪੈਟਰਨ ਟੈਂਕਸ ਦੇ ਬਾਰੇ ਚੈਪਟਰ ਦੇ ਵਿੱਚ ਬੜੀ ਡਿਟੇਲ 'ਚ ਦੱਸਿਆ ਸੀ ਕਿ ਇਹ ਉਸ ਸਮੇਂ ਦੇ ਸਭ ਤੋਂ ਆਧੁਨਿਕ ਟੈਂਕ ਸੀਗੇ ਜੋ ਅਮਰੀਕਾ ਦੇ ਬਣੇ ਹੋਏ ਸੀ ਤੇ ਪਾਕਿਸਤਾਨ ਨੇ ਪੂਰੀ ਟੈਂਕਾਂ ਦੀ ਬਟਾਲੀਅਨ ਦੇ ਨਾਲ, ਬਹੁਤ ਸਾਰੇ ਟੈਂਕਾਂ ਦੇ ਨਾਲ ਸਾਡੇ ਭਾਰਤ ਦੇ ਪੰਜਾਬ ਪ੍ਰਾਂਤ ਦੇ ਵਿੱਚ ਭਿੱਖੀਵਿੰਡ ਸੈਕਟਰ ਦੇ ਕੋਲੇ ਖੇਮ ਕਰਨ ਵਾਲੀ ਜਗ੍ਹਾ ਤੇ ਅਟੈਕ ਕੀਤਾ ਸੀ 1965 ਈਸਵੀ ਦੇ ਵਿੱਚ। ਅਬਦੁਲ ਹਮੀਦ ਨੇ ਜਦੋਂ ਦੇਖਿਆ ਕਿ ਦੁਸ਼ਮਣ ਦੇ ਟੈਂਕ ਆ ਰਹੇ ਨੇ ਤੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ RCL ਗਨ ਹੁੰਦੀ ਹੈ ਜੀ, ਰੀਕੁਆਇਲਸ ਗਨ, ਉਸ ਰੀਕੁਆਇਲਸ ਗਨ ਨੂੰ ਆਪਣੀ ਜੀਪ ਦੇ ਉੱਪਰ ਮਾਊਂਟ ਕੀਤਾ। ਜੀਪ ਦੇ ਉੱਪਰ ਉਹਨਾਂ ਨੇ ਉਸ ਨੂੰ ਲਗਾ ਲਿਆ ਅਤੇ ਇਹਨਾਂ ਨੇ ਦੁਸ਼ਮਣ ਦੇ ਕਈ ਟੈਂਕਾਂ ਨੂੰ ਤਬਾਹ ਕੀਤਾ। ਇਹ ਆਪਣੀ ਲਗਾਤਾਰ ਪੋਜੀਸ਼ਨ ਬਦਲਦੇ ਰਹੇ ਪਰ ਅੰਤ ਵਿੱਚ ਦੁਸ਼ਮਣਾਂ ਨੂੰ ਇਹਨਾਂ ਦੀ ਪੋਜੀਸ਼ਨ ਦਾ ਪਤਾ ਲੱਗ ਗਿਆ ਅਤੇ ਫਿਰ ਉਹਨਾਂ ਨੇ ਇਹਨਾਂ ਦੇ ਉੱਪਰ ਫਾਇਰ ਕੀਤਾ, ਮੋਟਰ ਫਾਇਰ ਕੀਤਾ, ਟੈਂਕਾਂ ਦੀ ਫਾਇਰਿੰਗ ਕੀਤੀ, ਜਿਸ ਕਰਕੇ ਹਵਲਦਾਰ ਅਬਦੁਲ ਹਮੀਦ ਸ਼ਹੀਦ ਹੋ ਗਏ ਸੀ ਜੀ। ਪਰ ਇਹਨਾਂ ਦੀ ਬਹਾਦਰੀ, ਵੀਰਤਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇਹਨਾਂ ਨੂੰ ਮਰਨੋ ਉਪਰੰਤ ਪੋਸਟਿਊਮਸਲੀ ਪਰਮਵੀਰ ਚੱਕਰ ਪ੍ਰਦਾਨ ਕੀਤਾ। 6th ਕੁਐਸਚਨ ਹੈ ਜੀ ਕਿ ਵਟ ਵਾਜ਼ ਅਬਦੁਲ ਹਮੀਦ's ਰੋਲ ਡਿਊਰਿੰਗ ਦਾ ਸਾਈਨੋ ਇੰਡੀਅਨ ਵਾਰ ਆਫ 1962। ਅਸੀਂ 5ਵੇਂ ਕੁਐਸਚਨ 'ਚ ਪੜ੍ਹਿਆ ਕਿ ਹਵਲਦਾਰ ਅਬਦੁਲ ਹਮੀਦ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ 1965 ਈਸਵੀ ਵਾਲੇ ਭਾਰਤ ਪਾਕਿਸਤਾਨ ਦੇ ਜੰਗ ਦੇ ਵਿੱਚ। ਪਰੰਤੂ ਬੱਚਿਓ ਅਬਦੁਲ ਹਮੀਦ ਨੇ 1962 ਵਾਲੀ ਭਾਰਤ ਚਾਈਨਾ ਵਾਰ ਦੇ ਵਿੱਚ ਵੀ ਭਾਗ ਲਿਆ ਸੀ। ਇੱਥੇ ਬੱਚਿਓ ਸਾਈਨੋ ਦਾ ਮਤਲਬ ਹੈ ਚਾਈਨਾ। ਚਾਈਨਾ ਇੰਡੀਆ ਦੀ ਵਾਰ ਜਿਹੜੀ 1962 ਦੇ ਵਿੱਚ ਹੋਈ ਸੀ, ਇਸ ਵਾਰ ਦੇ ਵਿੱਚ ਮੇਜਰ ਧਨ ਸਿੰਘ ਥਾਪਾ ਨੇ ਪਰਮਵੀਰ ਚੱਕਰ ਪ੍ਰਾਪਤ ਕੀਤਾ ਸੀ ਤਾਂ ਉਸ ਵਾਰ ਦੇ ਵਿੱਚ ਅਬਦੁਲ ਹਮੀਦ ਵੀ ਲੜੇ ਸੀ। ਉਹਦੇ ਬਾਰੇ ਕੁਐਸਚਨ ਹੈ ਜੀ ਕਿ ਅਬਦੁਲ ਹਮੀਦ ਦਾ ਕੀ ਰੋਲ ਸੀ, ਵਾਟ ਵਾਜ਼ ਅਬਦੁਲ ਹਮੀਦ's ਰੋਲ, ਕੀ ਰੋਲ ਸੀ ਸਾਈਨੋ ਇੰਡੀਅਨ ਵਾਰ ਦੇ ਵਿੱਚ ਜਿਹੜੀ ਕਿ 1962 ਈਸਵੀ ਦੇ ਵਿੱਚ ਹੋਈ ਸੀ। ਤਾਂ ਆਨਸਰ ਹੈ ਜੀ ਡਿਊਰਿੰਗ ਦਾ ਸਾਈਨੋ ਇੰਡੀਅਨ ਵਾਰ ਆਫ 1962। ਤਾਂ 1962 ਦੀ ਸਾਈਨੋ ਇੰਡੀਅਨ ਵਾਰ ਦੇ ਦੌਰਾਨ, ਸਾਈਨੋ ਦਾ ਮਤਲਬ ਮੈਂ ਤੁਹਾਨੂੰ ਦੱਸ ਚੁੱਕਿਆ ਚਾਈਨਾ ਤੋਂ ਹੈ, ਅਬਦੁਲ ਹਮੀਦ ਪਾਰਟੀਸਿਪੇਟਡ ਇਨ ਦਾ ਬੈਟਲ ਆਫ ਨਾਮਕਾ ਚੂ ਅਗੇਂਸਟ ਦਾ ਚਾਈਨੀਜ਼। ਤਾਂ ਅਬਦੁਲ ਹਮੀਦ ਨੇ ਭਾਗ ਲਿਆ ਸੀ ਇਸ ਵਾਰ ਦੇ ਵਿੱਚ। ਇੱਕ ਨਾਮਕਾ ਚੂ ਥਾਂ ਤੇ ਲੜਾਈ ਹੋਈ ਸੀ ਜੀ ਤੇ ਉੱਥੇ ਚੀਨੀਆਂ ਨੇ ਭਾਰਤ ਤੇ ਹਮਲਾ ਕੀਤਾ ਸੀ ਤਾਂ ਚੀਨੀਆਂ ਦੇ ਵਿਰੁੱਧ ਨਾਮਕਾ ਚੂ ਵਾਲੀ ਥਾਂ ਤੇ ਜਿਹੜੀ ਲੜਾਈ ਹੋਈ ਉਸ ਦੇ ਵਿੱਚ ਅਬਦੁਲ ਹਮੀਦ ਨੇ ਪਾਰਟੀਸਿਪੇਟਡ, ਭਾਗ ਲਿਆ ਸੀ। ਤੇ ਬੱਚਿਓ ਆਪਾਂ ਨੇ ਇਹ ਚੈਪਟਰ ਦੇ ਵਿੱਚ ਪੜ੍ਹਿਆ ਕਿ ਅਬਦੁਲ ਹਮੀਦ ਦੀ ਜਿਹੜੀ ਫੌਜ ਦੀ ਬਟਾਲੀਅਨ ਸੀ ਉਹ ਉਸ ਸਮੇਂ 7ਵੀਂ ਇਨਫੈਂਟਰੀ ਬ੍ਰਿਗੇਡ ਦਾ ਹਿੱਸਾ ਸੀ ਅਤੇ ਉਸ ਬ੍ਰਿਗੇਡ ਨੂੰ ਬ੍ਰਿਗੇਡੀਅਰ ਜੌਨ ਡਾਲਵੀ ਕਮਾਂਡ ਕਰ ਰਹੇ ਸੀ। 7ਵਾਂ ਕੁਐਸਚਨ ਹੈ ਜੀ ਕਿ ਵਾਈ ਵਾਜ਼ ਫਲਾਈਂਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ ਐਵਾਰਡਡ ਦਾ ਪਰਮਵੀਰ ਚੱਕਰ। ਵਾਈ ਦਾ ਮਤਲਬ ਕਿਉਂ ਫਲਾਈਂਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ ਨੂੰ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ। ਤਾਂ ਬੱਚਿਓ ਸਾਡੇ ਇਸ ਚੈਪਟਰ ਦੇ ਵਿੱਚ ਚੌਥੇ ਫੌਜੀ ਦਾ ਜ਼ਿਕਰ ਹੈ ਜੀ, ਨਿਰਮਲਜੀਤ ਸਿੰਘ ਸੇਖੋਂ ਫਲਾਈਂਗ ਆਫਿਸਰ। 1971 ਦੀ ਜੰਗ ਦੇ ਦੌਰਾਨ ਇਹਨਾਂ ਨੇ ਬਹੁਤ ਹੀ ਵੀਰਤਾ ਦਾ ਮੁਜ਼ਾਹਰਾ ਕਰਦੇ ਹੋਏ, ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ 2 ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਤਬਾਹ ਕੀਤਾ ਸੀ, ਜਿਸ ਕਰਕੇ ਇਹਨਾਂ ਨੂੰ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ। ਤਾਂ ਅਸੀਂ ਆਨਸਰ ਲਿਖਾਂਗੇ ਬੱਚਿਓ, ਫਲਾਈਂਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ ਡਿਸਟਰੋਇਡ 2 ਪਾਕਿਸਤਾਨ 에ਅਰ F-86 ਜੈਟਸ ਡਿਊਰਿੰਗ ਦਾ ਇੰਡੋ-ਪਾਕ ਵਾਰ ਆਫ 1971। ਤਾਂ 1971 ਦੀ ਭਾਰਤ ਪਾਕਿਸਤਾਨ ਯੁੱਧ ਦੇ ਦੌਰਾਨ, ਡਿਊਰਿੰਗ ਦਾ ਮਤਲਬ ਦੌਰਾਨ, ਇਹਨਾਂ ਨੇ ਪਾਕਿਸਤਾਨ ਦੇ 에ਅਰਫੋਰਸ ਦੇ F-86 ਜੈਟ, 2 F-86 ਜੈਟਾਂ ਨੂੰ ਡਿਸਟਰੋਏ ਕੀਤਾ, ਤਬਾਹ ਕੀਤਾ। So he was awarded the ਪਰਮਵੀਰ ਚੱਕਰ for his bravery, flying skill and determination। ਇਸ ਕਰਕੇ ਉਹਨਾਂ ਨੂੰ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ ਉਹਨਾਂ ਦੀ ਬਹਾਦਰੀ ਦੇ ਲਈ। ਬਰੇਵਰੀ ਦਾ ਮਤਲਬ ਬਹਾਦਰੀ ਦੇ ਲਈ, ਫਲਾਈਂਗ ਸਕਿੱਲ ਦਾ ਮਤਲਬ ਲੜਾਕੂ ਹਵਾਈ ਜਹਾਜ਼ ਨੂੰ ਚਲਾਉਣ ਦੀ ਕੁਸ਼ਲਤਾ ਦੇ ਲਈ ਅਤੇ ਉਹਨਾਂ ਦੀ ਦ੍ਰਿੜਤਾ ਦੇ ਲਈ, ਸੰਕਲਪ ਦੇ ਲਈ ਜੋ ਉਹਨਾਂ ਨੇ ਉਸ ਯੁੱਧ ਦੇ ਦੌਰਾਨ ਦਿਖਾਇਆ। ਤਾਂ ਸਟੂਡੈਂਟਸ ਅਸੀਂ ਚੈਪਟਰ 'ਚ ਪੜ੍ਹਿਆ ਹੈ ਕਿ 1971 ਵਾਲੀ ਲੜਾਈ ਦੇ ਵਿੱਚ ਪਾਕਿਸਤਾਨ ਨੇ 14 ਦਸੰਬਰ ਨੂੰ ਸ਼੍ਰੀਨਗਰ 에ਅਰਫੀਲਡ ਤੇ ਅਟੈਕ ਕੀਤਾ ਸੀ ਆਪਣੇ 6 ਪਾਕਿਸਤਾਨੀ 에ਅਰਫੋਰਸ F-86 ਜੈਟਸ ਦੇ ਨਾਲ। ਇਹ ਉਸ ਸਮੇਂ ਕਾਫੀ ਐਡਵਾਂਸ ਬੱਚਿਓ ਲੜਾਕੂ ਹਵਾਈ ਜਹਾਜ਼ ਸੀ ਤੇ ਵੱਡੇ ਲੜਾਕੂ ਹਵਾਈ ਜਹਾਜ਼ ਸੀ। ਤਾਂ ਡਿਊਟੀ ਤੇ ਉਸ ਸਮੇਂ ਨਿਰਮਲਜੀਤ ਸਿੰਘ ਸੇਖੋਂ ਸੀਗੇ ਜੀ। ਇਹਨਾਂ ਕੋਲ ਇੱਕ ਛੋਟਾ ਜਿਹਾ ਲੜਾਕੂ ਹਵਾਈ ਜਹਾਜ਼ ਸੀ ਜਿਸ ਨੂੰ ਕਿ ਅਸੀਂ ਚੈਪਟਰ ਦੇ ਵਿੱਚ ਨੈਟ ਪੜ੍ਹਿਆ। ਤਾਂ ਇੱਕ ਪਾਸੇ ਤਾਂ ਨੈਟ ਸੀ, ਛੋਟਾ ਲੜਾਕੂ ਹਵਾਈ ਜਹਾਜ਼, ਦੂਸਰੇ ਪਾਸੇ 6 ਵੱਡੇ ਲੜਾਕੂ ਹਵਾਈ ਜਹਾਜ਼ ਜਿਨ੍ਹਾਂ ਨੂੰ ਕਿ ਸੇਬਰ ਕਿਹਾ ਜਾਂਦਾ ਸੀ। ਤਾਂ ਇੱਕ ਤਰ੍ਹਾਂ ਨਾਲ ਲੜਾਈ ਹੋਈ ਜੀ ਸੇਬਰ ਵਰਸਿਸ ਨੈਟ ਦੀ, ਵੱਡੇ ਲੜਾਕੂ ਜਹਾਜ਼ਾਂ ਦੀ ਜਿਹੜੇ ਕਿ ਗਿਣਤੀ 'ਚ 6 ਸੀ ਅਤੇ ਦੂਜੇ ਪਾਸੇ ਇਕਲੌਤਾ ਛੋਟਾ ਲੜਾਕੂ ਹਵਾਈ ਜਹਾਜ਼ ਜਿਹੜਾ ਕਿ ਨੈਟ ਸੀ। ਤਾਂ ਨਿਰਮਲਜੀਤ ਸਿੰਘ ਸੇਖੋਂ ਨੇ ਜਦੋਂ ਦੇਖਿਆ 6 ਪਾਕਿਸਤਾਨੀ
ਲੜਾਕੂ ਹਵਾਈ ਜਹਾਜ਼ਾਂ ਨੇ ਸ਼੍ਰੀਨਗਰ 'ਤੇ ਅਟੈਕ ਕੀਤਾ ਤਾਂ ਉਹਨਾਂ ਨੇ ਬੰਬਾਰੀ ਦੇ ਵਿੱਚੋਂ ਦੀ ਉਹ ਆਪਣਾ ਲੜਾਕੂ ਹਵਾਈ ਜਹਾਜ਼ ਲੈ ਕੇ ਗਏ ਅਤੇ 2 F-86 ਪਾਕਿਸਤਾਨੀ ਲੜਾਕੂ ਹਵਾਈ ਜਹਾਜ਼ਾਂ ਨੂੰ ਉਹਨਾਂ ਨੇ ਤਬਾਹ ਕੀਤਾ। ਫਿਰ ਉਸ ਤੋਂ ਬਾਅਦ ਜਿਹੜੇ 4 ਲੜਾਕੂ ਹਵਾਈ ਜਹਾਜ਼ ਸੀਗੇ ਉਹਨਾਂ ਨੇ ਨਿਰਮਲਜੀਤ ਸਿੰਘ ਸੇਖੋਂ ਨੂੰ ਇੱਕ ਤਰ੍ਹਾਂ ਨਾਲ ਘੇਰਾ ਪਾ ਕੇ ਉਹਨਾਂ 'ਤੇ ਹਮਲੇ ਕਰਨੇ ਸ਼ੁਰੂ ਕਰਤੇ। ਫਿਰ ਵੀ ਕਾਫੀ ਦੇਰ ਤੱਕ ਇਹ ਲੜਾਈ ਚੱਲਦੀ ਰਹੀ। ਤਾਂ ਤੁਹਾਨੂੰ ਮੈਂ ਬੱਚਿਓ ਦੱਸਿਆ ਸੀ ਕਿ ਇਸ ਲੜਾਈ ਨੂੰ ਡੌਗ ਫਾਈਟ ਕਿਹਾ ਜਾਂਦਾ ਹੈ। ਇਹ ਬਿਲਕੁਲ ਉਹੀ ਡੌਗ ਫਾਈਟ ਸੀ ਬੱਚਿਓ ਜਿਹੜੀ ਅਭਿਨੰਦਨ ਨੇ ਲੜੀ ਸੀਗੀ ਜਦੋਂ ਹੁਣੇ ਪਿੱਛੇ ਜੇ ਪਾਕਿਸਤਾਨ ਨੇ ਸਾਡੇ ਤੇ ਅਟੈਕ ਕਰਿਆ ਸੀ ਤੇ ਅੰਤ ਨਿਰਮਲਜੀਤ ਸਿੰਘ ਸੇਖੋਂ ਦਾ ਉਹ ਛੋਟਾ ਜਿਹਾ ਲੜਾਕੂ ਹਵਾਈ ਜਹਾਜ਼ ਹਿੱਟ ਹੋਇਆ, ਜਿਸ ਕਰਕੇ ਇਹ ਸ਼ਹੀਦੀ ਪ੍ਰਾਪਤ ਕਰ ਗਏ। ਪਰੰਤੂ ਸ਼ਹੀਦੀ ਪ੍ਰਾਪਤ ਕਰਨ ਤੋਂ ਬਾਅਦ ਜਿਹੜੇ 4 ਲੜਾਕੂ ਹਵਾਈ ਜਹਾਜ਼ ਸੀ ਉਹਨਾਂ ਦਾ ਵੀ ਹੌਸਲਾ ਟੁੱਟਿਆ, ਉਹ ਵਾਪਸ ਪਾਕਿਸਤਾਨ ਚਲੇ ਗਏ, ਉਹਨਾਂ ਨੇ ਹੋਰ ਅਟੈਕ ਨਹੀਂ ਕੀਤੇ। ਤਾਂ ਬੱਚੇ ਉਹ ਇੰਨੇ ਬਹਾਦਰ ਸੀ ਕਿ ਇਹਨਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਉਹਨਾਂ ਪਾਕਿਸਤਾਨ ਵੱਲੋਂ ਆਏ ਲੜਾਕੂ ਹਵਾਈ ਜਹਾਜ਼ਾਂ ਦੇ ਚਾਲਕਾਂ ਨੇ ਵੀ ਕੀਤੀ। ਅਸੀਂ ਉਸ ਬੰਦੇ ਦਾ ਨਾਮ ਪੜ੍ਹਿਆ ਬੱਚਿਓ, ਸਲੀਮ ਬੇਗ ਮਿਰਜ਼ਾ। ਇਹ ਉਹੀ ਚਾਲਕ ਸੀ ਜਿਸ ਨੇ ਕਿ ਨਿਰਮਲਜੀਤ ਸਿੰਘ ਸੇਖੋਂ ਦੇ ਲੜਾਕੂ ਹਵਾਈ ਜਹਾਜ਼ ਨੂੰ ਹਿੱਟ ਕੀਤਾ ਸੀ ਤੇ ਉਹਨੇ ਕਿਹਾ ਸੀ ਮੈਂ ਇੰਨੀ ਬਹਾਦਰੀ ਕਦੇ ਵੀ ਯੁੱਧ ਵਿੱਚ ਕਿਸੇ ਵੀ ਚਾਲਕ ਦੁਆਰਾ ਨਹੀਂ ਦੇਖੀ। ਤਾਂ ਬੱਚਿਓ ਜਦੋਂ ਤੁਹਾਡੀ ਪ੍ਰਸ਼ੰਸਾ ਤੁਹਾਡਾ ਦੁਸ਼ਮਣ ਕਰੇ ਫਿਰ ਪਤਾ ਲੱਗਦਾ ਹੈ ਕਿ ਵੀਰਤਾ ਕੀ ਹੁੰਦੀ ਹੈ। ਇਹੋ ਜਿਹੇ ਸੀ ਸਾਡੇ ਨਿਰਮਲਜੀਤ ਸਿੰਘ ਸੇਖੋਂ ਫਲਾਈਂਗ ਆਫਿਸਰ ਜਿਨ੍ਹਾਂ ਨੂੰ ਕਿ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ ਸੀ। 8ਵਾਂ ਕੁਐਸਚਨ ਹੈ ਜੀ ਕਿ ਇਨ ਵਿਚ ਵਾਰ ਡਿਡ ਕੈਪਟਨ ਵਿਕਰਮ ਬਤਰਾ ਡਿਸਪਲੇ ਐਗਜ਼ੈਂਪਲਰੀ ਬਰੇਵਰੀ ਟੂ ਵਿਨ ਦਾ ਪਰਮਵੀਰ ਚੱਕਰ। ਕਿਸ ਯੁੱਧ ਦੇ ਵਿੱਚ ਕਿਸ ਯੁੱਧ ਦੇ ਵਿੱਚ ਕੈਪਟਨ ਵਿਕਰਮ ਬਤਰਾ ਨੇ ਆਪਣੀ ਐਗਜ਼ੈਂਪਲਰੀ ਬਰੇਵਰੀ ਦਿਖਾਈ। ਐਗਜ਼ੈਂਪਲਰੀ ਦਾ ਮਤਲਬ ਜੋ ਉਦਾਹਰਣ ਬਣਦੀ ਹੈ, ਅਜਿਹੀ ਵੀਰਤਾ ਜੋ ਉਦਾਹਰਣ ਬਣਦੀ ਹੈ ਜਿਸ ਦੇ ਨਾਲ ਉਹਨਾਂ ਨੂੰ ਪਰਮਵੀਰ ਚੱਕਰ ਮਿਲਿਆ। ਤਾਂ ਸਿਰਫ ਲੜਾਈ ਦਾ ਨਾਮ ਦੱਸਣਾ ਜੀ। ਤਾਂ ਆਨਸਰ ਹੈ ਜੀ ਕੈਪਟਨ ਵਿਕਰਮ ਬਤਰਾ ਡਿਸਪਲੇਡ ਐਗਜ਼ੈਂਪਲਰੀ ਬਰੇਵਰੀ ਡਿਊਰਿੰਗ ਦੀ ਕਾਰਗਿਲ ਵਾਰ ਆਫ 1999 ਇਨ ਕਸ਼ਮੀਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਟੂ ਵਿਨ ਦਾ ਪਰਮਵੀਰ ਚੱਕਰ। ਤਾਂ ਕੈਪਟਨ ਵਿਕਰਮ ਬਤਰਾ ਨੇ ਇਹ ਉਦਾਹਰਣ ਵਾਲੀ ਵੀਰਤਾ ਨੂੰ ਦਿਖਾਇਆ ਕਦੋਂ? ਕਾਰਗਿਲ ਵਾਰ ਦੇ ਦੌਰਾਨ ਜਿਹੜੀ 1999 ਈਸਵੀ ਵਿੱਚ ਹੋਈ ਸੀ। ਕਿੱਥੇ ਹੋਈ ਸੀ? ਕਸ਼ਮੀਰ 'ਚ ਹੋਈ ਸੀ। ਕਿਹਨਾਂ ਦੇ ਵਿਚਕਾਰ ਹੋਈ ਜੀ? ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਈ ਸੀ, ਜਿਸ ਦੇ ਨਾਲ ਇਹਨਾਂ ਨੂੰ ਪਰਮਵੀਰ ਚੱਕਰ ਪ੍ਰਾਪਤ ਹੋਇਆ। 9ਵਾਂ ਕੁਐਸਚਨ ਹੈ ਜੀ ਹਾਊ ਡਿਡ ਵਿਕਰਮ ਬਤਰਾ ਕਮ ਟੂ ਜੁਆਇਨ ਦਾ ਇੰਡੀਅਨ ਆਰਮੀ। ਹਾਊ ਦਾ ਮਤਲਬ ਬੱਚੇ ਹੁੰਦਾ, ਮੈਂ ਪਹਿਲਾਂ ਵੀ ਦੱਸਿਆ, ਕਿਵੇਂ ਵਿਕਰਮ ਬਤਰਾ ਨੇ ਭਾਰਤੀ ਫੌਜ ਨੂੰ ਜੁਆਇਨ ਕੀਤਾ, ਕਿਸ ਤਰ੍ਹਾਂ ਭਾਰਤੀ ਫੌਜ ਦੇ ਵਿੱਚ ਆਏ। ਤਾਂ ਆਨਸਰ ਹੈ ਜੀ ਵਿਕਰਮ ਬਤਰਾ ਵਾਸ ਸਿਲੈਕਟਡ ਟੂ ਜੁਆਇਨ ਦਾ ਇੰਡੀਅਨ ਮਿਲਟਰੀ ਅਕੈਡਮੀ ਇਨ ਦੇਹਰਾਦੂਨ ਇਨ 1996। ਤਾਂ ਵਿਕਰਮ ਬਤਰਾ 1996 ਦੇ ਵਿੱਚ ਦੇਹਰਾਦੂਨ ਉੱਤਰਾਖੰਡ ਦੇ ਵਿੱਚ ਹੈ ਜੀ ਇਹ। ਤਾਂ ਉੱਥੇ ਸਾਡੀ ਭਾਰਤ ਦੀ ਇੰਡੀਅਨ ਮਿਲਟਰੀ ਅਕੈਡਮੀ ਹੈ ਜਿਸ ਦੇ ਵਿੱਚ ਇਹਨਾਂ ਦੀ ਚੋਣ ਹੋਈ। ਤਾਂ ਪਹਿਲਾਂ ਇਹਨਾਂ ਨੇ ਆਪਣੀ ਟ੍ਰੇਨਿੰਗ ਉੱਥੋਂ ਪ੍ਰਾਪਤ ਕੀਤੀ ਬੱਚਿਓ। ਹੀ ਵਾਸ ਕਮਿਸ਼ਨਡ ਇਨ ਦਾ ਇੰਡੀਅਨ ਆਰਮੀ ਐਜ਼ ਅ ਲੈਫਟੀਨੈਂਟ ਆਫ ਦਾ 13 ਜੰਮੂ ਐਂਡ ਕਸ਼ਮੀਰ ਰਾਈਫਲਸ ਐਟ ਸਪੋਰ ਇਨ J&K। ਤਾਂ ਇਹਨਾਂ ਨੂੰ ਭਾਰਤੀ ਫੌਜ ਦੇ ਵਿੱਚ ਚੁਣਿਆ ਗਿਆ ਕਿਵੇਂ? ਐਜ਼ ਅ ਲੈਫਟੀਨੈਂਟ ਦੇ ਤੌਰ ਤੇ ਚੁਣਿਆ ਗਿਆ। ਅਤੇ ਇਹਨਾਂ ਨੂੰ ਕਿਹਦੇ ਵਿੱਚ ਚੁਣਿਆ ਗਿਆ ਜੀ? 13 ਜੰਮੂ ਐਂਡ ਕਸ਼ਮੀਰ ਰਾਈਫਲਸ ਤੇ ਇਹਨਾਂ ਦੀ ਫੌਜ ਦੀ ਟੁਕੜੀ ਦਾ ਨਾਮ ਹੈ। ਇਹ ਕਿੱਥੇ ਇਹਨਾਂ ਦੀ ਡਿਊਟੀ ਲੱਗੀ? ਸਪੋਰ ਇਲਾਕੇ ਵਿੱਚ ਡਿਊਟੀ ਲੱਗੀ। ਇਹ ਜੰਮੂ ਅਤੇ ਕਸ਼ਮੀਰ ਦੇ ਵਿੱਚ ਹੈ। ਤਾਂ ਉੱਥੇ ਇਹਨਾਂ ਦੀ ਡਿਊਟੀ ਲੱਗੀ ਸੀ। ਹੀ ਰੋਜ਼ ਟੂ ਦਾ ਰੈਂਕ ਆਫ ਕੈਪਟਨ। ਬਾਅਦ ਦੇ ਵਿੱਚ ਇਹ ਕੈਪਟਨ ਦੀ ਪਦਵੀ ਤੱਕ ਪਹੁੰਚੇ। ਮਤਲਬ ਇਹ ਹੋਇਆ ਕਿ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਸਟਾਰਟ ਆਪਣਾ ਐਜ਼ ਅ ਲੈਫਟੀਨੈਂਟ ਕੀਤਾ, ਪਰ ਬਾਅਦ ਦੇ ਵਿੱਚ ਇਹ ਕੈਪਟਨ ਬਣ ਗਏ। 10ਵਾਂ ਕੁਐਸਚਨ ਹੈ ਜੀ ਕਿ ਵਟ ਵਾਸ ਦਾ ਇਫੈਕਟ ਆਫ ਦਾ ਕੈਪਚਰ ਆਫ ਪੁਆਇੰਟ 510 ਡਿਊਰਿੰਗ ਦੀ ਕਾਰਗਿਲ ਵਾਰ। ਕੈਪਚਰ ਦਾ ਮਤਲਬ ਹੁੰਦਾ ਬੱਚੇ ਉਹ ਕਬਜ਼ਾ ਕਰਨਾ। ਤਾਂ ਕੁਐਸਚਨ ਹੈ ਜੀ ਕਾਰਗਿਲ ਵਾਰ ਦੇ ਦੌਰਾਨ ਪੁਆਇੰਟ 5140 ਨੂੰ ਕਬਜ਼ਾ ਕਰਨ ਦਾ ਕੀ ਅਸਰ ਹੋਇਆ। ਨਾ ਪੁਆਇੰਟ 5140 ਬੱਚੇ ਉਹ ਚੋਟੀ ਹੈ, ਇੱਕ ਹਿੱਲ ਹੈ, ਚੋਟੀ ਹੈ, ਜਿਸ ਨੂੰ ਕਿ ਪੁਆਇੰਟ 5140 ਕਿਹਾ ਜਾਂਦਾ ਹੈ। ਤਾਂ ਉਸ 'ਤੇ ਜਦੋਂ ਕੈਪਟਨ ਵਿਕਰਮ ਬਤਰਾ ਨੇ ਕਬਜ਼ਾ ਕੀਤਾ ਤਾਂ ਉਸ ਦਾ ਅਸਰ ਕੀ ਹੋਇਆ। ਤਾਂ ਬੱਚੇ ਇਸ ਦੇ ਬਾਰੇ ਮੈਂ ਤੁਹਾਨੂੰ ਚੈਪਟਰ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਕਾਰਗਿਲ ਵਾਰ ਦੇ ਦੌਰਾਨ ਹੋਇਆ ਕੀ ਸੀ। ਕਾਰਗਿਲ ਵਾਰ ਦੇ ਦੌਰਾਨ ਕਾਰਗਿਲ ਵਾਲੇ ਇਲਾਕੇ 'ਚ ਬਹੁਤ ਸਾਰੀਆਂ ਚੋਟੀਆਂ 'ਤੇ ਧੋਖਾ ਦੇ ਕੇ ਪਾਕਿਸਤਾਨ ਦੇ ਫੌਜੀਆਂ ਨੇ ਕਬਜ਼ਾ ਕਰ ਲਿਆ ਸੀ। ਇਹ ਸਾਰੀਆਂ ਚੋਟੀਆਂ ਸਾਡੇ ਭਾਰਤ ਦੇ ਇਲਾਕੇ ਵਿੱਚ ਸੀ। ਤਾਂ ਜਦੋਂ ਭਾਰਤੀ ਫੌਜ ਨੂੰ ਪਤਾ ਲੱਗਿਆ ਕਿ ਸਾਡੀਆਂ ਚੋਟੀਆਂ 'ਤੇ ਕਬਜ਼ਾ ਹੋਇਆ ਤਾਂ ਫਿਰ ਸਾਡੀ ਫੌਜ ਨੇ ਹਮਲਾ ਕੀਤਾ। ਕੈਪਟਨ ਵਿਕਰਮ ਬਤਰਾ ਨੂੰ ਨਿਰਦੇਸ਼ ਹੋਇਆ ਕਿ ਤੁਸੀਂ ਪੁਆਇੰਟ 5140 ਨੂੰ ਦੁਬਾਰਾ ਕਬਜ਼ਾ ਕਰਨਾ ਹੈ। ਤਾਂ ਆਪਣੇ ਫੌਜੀਆਂ ਦੇ ਨਾਲ ਇਹਨਾਂ ਨੇ ਉਸ ਤਿੱਖੀ ਢਾਲ ਵਾਲੀ 5140 ਵਾਲੀ ਚੋਟੀ 'ਤੇ ਚੜ੍ਹਨਾ ਸ਼ੁਰੂ ਕਰਤਾ। ਹਜੇ ਉੱਪਰ ਪਹੁੰਚੇ ਨਹੀਂ ਸੀ, ਦੁਸ਼ਮਣਾਂ ਨੂੰ ਇਹਨਾਂ ਦਾ ਪਤਾ ਲੱਗ ਗਿਆ ਤੇ ਉਹਨਾਂ ਨੇ ਇਹਨਾਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਮਸ਼ੀਨ ਗਨ ਦੇ ਨਾਲ। ਕਾਫੀ ਵੱਡੀ ਮਸ਼ੀਨ ਗਨ ਸੀ ਉਹਨਾਂ ਕੋਲੇ, ਲੇਕਿਨ ਇਹਨਾਂ ਨੇ ਪਹਾੜੀ 'ਤੇ ਚੜ੍ਹਨਾ ਜਾਰੀ ਰੱਖਿਆ ਤੇ ਪਹਾੜੀ ਦੇ ਟੌਪ 'ਤੇ ਜਾ ਕੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਮਸ਼ੀਨ ਗਨ ਵਾਲੀ ਜਿਹੜੀ ਦੁਸ਼ਮਣਾਂ ਦੀ ਪੋਸਟ ਸੀ ਉਹਨੂੰ ਤਬਾਹ ਕੀਤਾ। ਕੈਪਟਨ ਵਿਕਰਮ ਬਤਰਾ ਨੇ 2-2 ਹੱਥ ਕਰਕੇ ਕੱਲਮ ਕੱਲੀ ਲੜਾਈ 'ਚ 3
ਪਾਕਿਸਤਾਨੀ ਫੌਜੀਆਂ ਨੂੰ ਮਾਰਿਆ। ਇਹ ਕਾਫੀ ਇੰਜਰਡ ਹੋ ਗਏ ਸੀ, ਕਾਫੀ ਜ਼ਿਆਦਾ ਜ਼ਖਮੀ ਹੋ ਗਏ ਸੀ, ਪਰ ਇਹਨਾਂ ਨੇ 51-40 ਦੀ ਚੋਟੀ ਨੂੰ ਜਿੱਤ ਲਿਆ, ਦੁਬਾਰਾ ਜਿੱਤ ਲਿਆ। ਅਤੇ ਜਦੋਂ ਇਹ ਚੋਟੀ ਜਿੱਤੀ ਗਈ ਬੱਚਿਓ, ਤਾਂ ਫਿਰ ਕੀ ਹੋਇਆ, ਸਾਡੇ ਬਾਕੀ ਫੌਜੀਆਂ ਦੇ ਵਿੱਚ ਇੱਕ ਨਵਾਂ ਜਜ਼ਬਾ ਪੈਦਾ ਹੋਇਆ ਅਤੇ ਉਹਨਾਂ ਨੇ ਵੀ ਬਹੁਤ ਸਾਰੀਆਂ ਚੋਟੀਆਂ ਜਿੱਤੀਆਂ। ਤਾਂ ਇਹੀ ਆਨਸਰ ਅਸੀਂ ਲਿਖਾਂਗੇ। ਦਾ ਕੈਪਚਰ ਆਫ .510 ਸੈਟ ਇਨ ਮੋਸ਼ਨ ਆ ਸਟ੍ਰਿੰਗ ਆਫ ਸਕਸੈਸਿਸ ਸਚ ਐਜ਼ .5100, .4700, ਜੰਕਸ਼ਨ ਪੀਕ ਐਂਡ 3 ਪਿੰਪਲਸ। ਤਾਂ ਜਦੋਂ .5140 ਤੇ ਕਬਜ਼ਾ ਹੋ ਗਿਆ ਤਾਂ ਉਸਨੇ ਇੱਕ ਮੋਸ਼ਨ ਸੈੱਟ ਕਰਤਾ, ਇੱਕ ਗਤੀ ਸੈੱਟ ਕਰਤੀ। ਕਾਦੀ ਗਤੀ? ਆ ਸਟ੍ਰਿੰਗ ਆਫ ਸਕਸੈਸਿਸ, ਸਫਲਤਾਵਾਂ ਦੀ ਲੜੀ ਦੀ ਗਤੀ। ਤਾਂ ਸਟ੍ਰਿੰਗ ਦਾ ਮਤਲਬ ਬੱਚਿਓ ਇੱਥੇ ਤੁਸੀਂ ਲੜੀ ਕਹਿ ਸਕਦੇ ਹੋ ਕਿ ਸਫਲਤਾਵਾਂ ਦੀ ਲੜੀ ਇੱਕ ਸਟਾਰਟ ਹੋ ਗਈ, ਕਿਉਂਕਿ ਜਦੋਂ ਬੱਚਿਓ ਇੱਕ ਚੋਟੀ ਤੇ ਕਬਜ਼ਾ ਹੋ ਗਿਆ ਤਾਂ ਸਾਡੇ ਭਾਰਤੀ ਫੌਜੀਆਂ ਨੂੰ ਯਕੀਨ ਹੋ ਗਿਆ ਕਿ ਅਸੀਂ ਬਾਕੀ ਵੀ ਸਾਰੀਆਂ ਚੋਟੀਆਂ ਤੇ ਕਬਜ਼ਾ ਕਰ ਸਕਦੇ ਹਾਂ, ਤੇ ਉਹਨਾਂ ਨੇ ਸਫਲਤਾਵਾਂ ਦੀ ਲੜੀ ਸ਼ੁਰੂ ਕਰਤੀ ਤੇ ਉਹਨਾਂ ਨੇ ਹੋਰ ਬਹੁਤ ਸਾਰੀਆਂ ਚੋਟੀਆਂ ਤੇ ਕਬਜ਼ਾ ਕੀਤਾ। ਕਿਹੜੀਆਂ ਕਿਹੜੀਆਂ ਸੀਗੀਆਂ ਜੀ ਉਹ? .5100, .4700, ਜੰਕਸ਼ਨ ਪੀਕ ਐਂਡ 3 ਪਿੰਪਲਸ। ਅਤੇ 3 ਪਿੰਪਲਸ ਇਹਨਾਂ ਦੇ ਵਿੱਚ, ਇਹਨਾਂ ਚੋਟੀਆਂ ਦੇ ਵਿੱਚ ਇਹਨਾਂ ਦੇ ਨਾਮ ਸ਼ਾਮਿਲ ਨੇ। ਤਾਂ ਸਟੂਡੈਂਟਸ, ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਫਿਰ ਇੱਕ ਹੋਰ ਚੋਟੀ ਤੇ ਇਹ ਕਬਜ਼ਾ ਕਰਨ ਵੀ ਗਏ ਕੈਪਟਨ ਵਿਕਰਮ ਬਤਰਾ। ਇਹ ਸੀ .4875, ਚੋਟੀ 4875। ਉਦੋਂ ਇਹ ਆਪਣੇ ਸਾਥੀ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ ਅਤੇ ਇਹਨਾਂ ਨੂੰ ਮਰਨ ਉਪਰੰਤ ਪੋਸਟਿਊਮਸਲੀ ਪਰਮਵੀਰ ਚੱਕਰ ਪ੍ਰਦਾਨ ਕੀਤਾ। ਤੇ ਬੱਚਿਓ, ਮੈਂ ਤੁਹਾਨੂੰ ਚੈਪਟਰ ਦੇ ਐਂਡ ਵਿੱਚ ਇਹ ਵੀ ਦੱਸਿਆ ਸੀ ਕਿ ਇਹਨਾਂ ਤੇ ਰੀਸੈਂਟਲੀ ਬਹੁਤ ਹੀ ਵਧੀਆ ਮੂਵੀ ਆਈ ਹੈ, ਸ਼ੇਰ ਸ਼ਾਹ। ਕਿਉਂਕਿ ਇਹਨਾਂ ਨੂੰ ਲਾਇਨ ਕਿੰਗ ਕਿਹਾ ਜਾਂਦਾ ਸੀ, ਇਹਨਾਂ ਦੇ ਦੋਸਤਾਂ ਵੱਲੋਂ ਸ਼ੇਰ ਸ਼ਾਹ ਕਿਹਾ ਜਾਂਦਾ ਸੀ, ਤੇ ਉਸੇ ਨਾਮ ਤੇ ਇਹਨਾਂ ਦੀ ਇੱਕ ਮੂਵੀ ਆਈ ਹੈ। ਤੇ ਮੈਂ ਸਾਰਿਆਂ ਨੂੰ ਕਿਹਾ ਸੀ ਕਿ ਜੇ ਤੁਸੀਂ ਉਹ ਵੀਰ ਕੈਪਟਨ ਵਿਕਰਮ ਬਤਰਾ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹ ਮੂਵੀ ਜ਼ਰੂਰ ਦੇਖੋ। ਤਾਂ ਸਟੂਡੈਂਟਸ, ਉਮੀਦ ਹੈ ਕਿ ਤੁਹਾਨੂੰ ਇਹ 10 ਦੇ 10 ਸ਼ਾਰਟ ਆਨਸਰ ਟਾਈਪ ਕੁਐਸਚਨ ਸਾਰੇ ਕਲੀਅਰ ਹੋ ਗਏ ਹੋਣਗੇ। ਜੇਕਰ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਇਸ ਚੈਪਟਰ ਦੇ ਨਾਲ ਰਿਲੇਟਿਡ ਜਿਹੜੇ ਐਕਸਪਲੇਨੇਸ਼ਨ ਵਾਲੇ ਵੀਡੀਓਜ਼ ਦੇ ਲਿੰਕ ਇੱਕ ਵਾਰੀ ਫੇਰ ਸਕਰੀਨ ਦੇ ਉੱਪਰ ਸ਼ੋਅ ਕਰ ਰਿਹਾ ਹਾਂ। ਜੇਕਰ ਤੁਹਾਡੇ ਇਹ ਵੀਡੀਓਜ਼ ਮਿਸ ਹੋਏ ਨੇ ਤਾਂ ਜ਼ਰੂਰ ਜਾ ਕੇ ਦੇਖੋ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਨੂੰ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।